ਡਾਕਟਰ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਹੀ ਆਲੂਵਾਲੀਆ ਜੀ, ਸੌਖੇ ਸ਼ਬਦਾਂ ਦੇ ਵਿੱਚ ਇੰਡਸਟਰੀ ਨੂੰ ਫਾਇਦਾ ਕੀ ਹੋਏਗਾ? ਪੁਆਇੰਟ ਨੰਬਰ 2, ਇਹ ਛੋਟੀ ਇੰਡਸਟਰੀ ਦੇ ਲਈ ਫੈਸਲਾ ਜਾਂ ਤੁਹਾਨੂੰ ਲੱਗ ਰਿਹਾ ਕਿ ਬੈਨੀਫੀਸ਼ੀਅਲ ਹੋਏਗਾ ਜਾਂ ਫਿਰ ਵੱਡੀ ਇੰਡਸਟਰੀ ਦੇ ਲਈ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਨਵੈਸਟ ਪੰਜਾਬ ਦੇ ਪ੍ਰੋਗਰਾਮ ਦੇ ਅੰਦਰ ਕਿਹਾ ਸੀ ਕਿ ਮੈਂ ਵੱਖ-ਵੱਖ ਇਲਾਕਿਆਂ 'ਚ ਹੋ ਕੇ ਆਇਆ। ਉੱਥੇ ਉਹ ਕਹਿੰਦੇ ਵੀ ਇੰਡਸਟਰੀ ਦਾ ਸਾਡਾ ਲਾਣ ਨੂੰ ਮਨ ਕਰਦਾ ਵਾਰ-ਵਾਰ ਪੰਜਾਬ 'ਚ, ਪਰ ਹੁੰਦਾ ਕੀ ਹੈ ਜਦ ਸਾਨੂੰ ਅਸੀਂ ਚਲੇ ਜਾਂਦੇ ਆ ਉਸ ਤੋਂ ਬਾਅਦ ਕਹਿੰਦੇ ਇੱਕ ਪਰਮਿਸ਼ਨ, ਕਦੀ ਕਹਿੰਦੇ CLU ਨਹੀਂ ਹੋਈ, ਕਦੀ ਕਹਿੰਦੇ ਫਾਇਰ ਦੀ NOC ਨਹੀਂ ਹੋਈ, ਕਦੀ ਕਹਿੰਦੇ ਪੋਲਿਊਸ਼ਨ ਦੀ NOC ਨਹੀਂ ਹੋਈ, ਤੇ ਉਹ ਕਹਿੰਦੇ ਸੀ ਕਿ ਕਦੀ ਫੋਰੈਸਟ ਦੀ NOC ਨਹੀਂ ਹੋਈ। ਉਹ ਬਾਰ-ਬਾਰ ਕਹਿੰਦੇ ਸੀ ਕਿ ਲੋਕਾਂ ਦੀ ਦਿੱਕਤ ਕੀ ਹੈ ਕਿ ਕਦੀ ਕਿਸੇ ਦਫ਼ਤਰ 'ਚ ਗੇੜੇ, ਕਦੀ ਕਿਸੇ ਦਫ਼ਤਰ 'ਚ ਗੇੜੇ। ਤੇ ਮਾਨ ਸਾਹਿਬ ਨੇ, ਸਾਡੇ ਮੁੱਖ ਮੰਤਰੀ ਸਾਹਿਬ ਨੇ ਪਲਾਨ ਕੀਤਾ। ਕੀ ਪਲਾਨ ਕੀਤਾ ਕਿ ਆਪਾਂ ਇਹੋ ਜਿਹਾ ਸਿਸਟਮ ਲੈ ਕੇ ਆਈਏ ਕਿ ਜਿੱਥੇ ਵੀ ਜਿਸਨੇ ਇੰਡਸਟਰੀ ਲਾਣੀ ਹੈ ਉਹ ਕਹਿ ਦੇ ਪੋਰਟਲ ਦੇ ਉੱਤੇ ਆ ਕੇ ਸਾਡੇ ਕੋਲ ਕਹਿ ਦੇ ਕਿ ਮੇਰੇ ਕੋਲ ਇਹ ਜਗ੍ਹਾ ਹੈ ਜੀ, ਮੈਂ ਇੱਥੇ ਕਰਨਾ ਚਾਹੁੰਦਾ। ਪਹਿਲਾਂ ਸਾਡੀ CLU ਦੀ ਟੀਮ ਜਾ ਕੇ ਸਾਰਾ ਕੁਝ ਚੈੱਕ ਕਰੂਗੀ। 10 ਦਿਨ ਦੇ ਅੰਦਰ 10 ਦਿਨ ਦੇ ਅੰਦਰ ਟਾਈਮ ਫਰੇਮ ਦਿੱਤਾ ਜੀ ਗੌਰਵ ਜੀ ਕਿ 10 ਦਿਨ ਦੇ ਅੰਦਰ ਅਸੀਂ ਉਸ ਜਗ੍ਹਾ ਦੀ ਤੁਹਾਨੂੰ CLU ਦੇਵਾਂਗੇ। ਉਸ ਚ ਕਹਾਂਗੇ ਵੀ ਤੁਸੀਂ ਗ੍ਰੀਨ ਕਲਰ ਦਾ ਸਟੈਂਪ ਪੇਪਰ ਲੈ ਲਓ ਤੇ ਇੱਥੇ ਇੰਡਸਟਰੀ ਲਾ ਲਓ, ਤੁਹਾਨੂੰ ਸਾਰੀਆਂ ਪਰਮਿਸ਼ਨਾਂ ਮਿਲਣਗੀਆਂ। ਮੈਂ 2 ਐਗਜ਼ਾਮਪਲ ਜ਼ਰੂਰ ਦਵਾਂਗਾ ਕਿਉਂਕਿ ਇਨਵੈਸਟ ਪੰਜਾਬ ਦਾ ਅਸੀਂ ਵੀ ਹਿੱਸਾ ਸੀਗੇ। ਇਨਵੈਸਟ ਪੰਜਾਬ ਚ ਇੱਕ ਬੰਦੇ ਨੇ ਹੱਥ ਖੜਾ ਕੀਤਾ, ਕਹਿੰਦਾ ਜੀ ਤੁਸੀਂ ਇੰਡਸਟਰੀਜ਼ ਨੂੰ ਇਨਵਾਈਟ ਕਰ ਰਹੇ ਹੋ। ਮੈਂ ਪਿਛਲੇ 3 ਸਾਲਾਂ ਤੋਂ ਜ਼ਮੀਨ ਲੈ ਕੇ ਬੈਠਾ ਮੁਹਾਲੀ ਦੇ ਅੰਦਰ, ਡਾਕਟਰ ਜੈਨ ਨੇ ਖੰਨਾ ਦੇ ਵੈਰੀਫਾਈ ਕਰਾ ਲੈਣਾ, ਅਪੋਲੋ ਹਸਪੀਟਲ ਲੈ ਕੇ ਆਣਾ ਚਾਹੁੰਦੇ ਸੀ। ਕਹਿੰਦਾ ਮੈਨੂੰ CLU, ਮੈਨੂੰ AC ਚੱਕਰ ਚ ਪਾਇਆ, ਮੈਂ ਗਮਾਡਾ ਦੀ ਜ਼ਮੀਨ ਲਿੱਤੀ ਹੈ ਕਿ ਵੀ ਸੇਫ ਰਵਾਂ, ਪਰ ਮੈਨੂੰ ਪਰਮਿਸ਼ਨਾਂ ਹੀ ਨਹੀਂ ਮਿਲ ਰਹੀਆਂ। ਇਹ ਸਾਰੀਆਂ ਗੱਲਾਂ ਜਦ ਉੱਥੇ ਪਹੁੰਚੀਆਂ, ਚੀਮਾ ਬੋਇਲਰਸ ਵਾਲਿਆਂ ਦੇ ਸੁਣ ਲਓ, ਉਹਨਾਂ ਦੇ ਬਾਹਰ ਜ਼ਮੀਨ ਸੀ, ਉਹਨਾਂ ਨੂੰ CLU ਨਹੀਂ ਦਿੱਤਾ ਪਿਛਲੀ ਸਰਕਾਰਾਂ ਨੇ। ਇਸ ਕਰਕੇ ਇਹ ਜਿਹੜਾ ਸਾਰਾ ਸਿਸਟਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਣਾਇਆ, ਇੰਪਲੋਇਮੈਂਟ ਤਾਂ ਜਨਰੇਟ ਹੋਏਗੀ, ਪਰ ਇੰਡਸਟਰੀਅਲਿਸਟ ਜਿਹੜੇ ਕੀ ਸਟੇਟ ਨੂੰ ਪ੍ਰੋਗਰੈਸਿਵ ਬਣਾ ਸਕਦੇ ਆ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਔਰ ਇਸ ਤਹਿਤ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ। CLU ਗ੍ਰੀਨ ਪੇਪਰ ਮਿਲੂਗਾ ਔਰ ਉਹਦੇ ਉੱਤੇ ਹੀ ਸਾਰੀਆਂ ਪਰਮਿਸ਼ਨਾਂ ਮਿਲਣਗੀਆਂ। ਜਦ ਵੀ ਇੰਡਸਟਰੀ ਅਗਲੇ ਦਿਨ ਬੇਸ਼ੱਕ ਖੋਲ ਦੇਣ, ਗ੍ਰੀਨ ਪੇਪਰ ਹੋਇਆ ਸਟੈਂਪ ਪੇਪਰ, ਅਗਲੇ ਦਿਨ ਆਪਣੀ ਇੰਡਸਟਰੀ ਕੋਈ ਕ੍ਰਾਈਟੇਰੀਆ, ਮੈਂ ਬਾਕੀ ਮੈਂਬਰਾਂ ਦਾ ਰੁਕ ਕਰਾਂ, ਕੋਈ ਕ੍ਰਾਈਟੇਰੀਆ ਰੱਖਿਆ ਗਿਆ ਕਿ ਛੋਟੀ ਇੰਡਸਟਰੀ ਦੇ ਲਈ ਹੈ, ਵੱਡੀ ਇੰਡਸਟਰੀ ਦੇ ਲਈ ਹੈ, ਜਾਂ ਫਿਰ EMPLOYEES ਜਿੰਨੇ ਹੋਣੇ ਚਾਹੀਦੇ ਆ ਉਹਨਾਂ ਦੇ ਲਈ ਸਰਵਿਸ ਹੋਏਗੀ ਜਾਂ ਸਭ ਦੇ ਲਈ ਹੈ? ਇਹ ਤਾਂ ਦੇਖੋ, ਇਹ ਗੌਰਵ ਜੀ ਸਬ ਲਈ ਕੀਤਾ ਗਿਆ ਇੰਡਸਟਰੀ ਫੈਕਟਰ ਨੂੰ। ਹੁਣ ਇੰਡਸਟਰੀ ਨੂੰ ਅਗਰ ਤੁਸੀਂ ਸਬ ਡਿਵਾਈਡ ਕਰੋਗੇ, ਜਿਵੇਂ ਕਿ ਸਾਡੇ ਬਿਲਡਰਸ ਆ ਗਏ, ਉਹਨਾਂ ਲਈ ਅਗਲੀ ਉਹਨਾਂ ਨੇ ਕਿਹਾ ਮਾਨ ਸਾਹਿਬ ਨੇ ਕਿ ਉਸ ਤੋਂ ਬਾਅਦ ਉਹਨਾਂ ਦਾ ਕਰਾਂਗੇ, ਐਜੂਕੇਸ਼ਨ ਸੈਕਟਰ ਆਏਗਾ ਉਹਨਾਂ ਦਾ। ਇਹ ਇੰਡਸਟਰੀ ਲਈ ਕੀਤਾ ਹੈ ਔਰ ਇੰਡਸਟਰੀ ਐਜ਼ ਅ ਹੋਲ ਕੀਤਾ ਗਿਆ। ਇਹਦੇ ਅੰਦਰ ਕੋਈ ਇਹੋ ਜਿਹਾ ਕ੍ਰਾਈਟੇਰੀਆ ਨਹੀਂ ਰੱਖਿਆ ਗਿਆ। ਬਾਕੀ ਜਿਹੜੀਆਂ ਚੀਜ਼ਾਂ ਨੇ ਕਿ ਇੰਡਸਟਰੀਅਲਿਸਟ ਦੀਆਂ ਜਿਹੜੀਆਂ ਪ੍ਰੋਬਲਮ ਸੀਗੀਆਂ ਉਹਨਾਂ ਨਾਲ ਡਿਸਕਸ ਕਰਕੇ ਹੀ ਬਣਾਇਆ ਗਿਆ। ਇਸ ਕਰਕੇ ਹੁਣ ਇੰਡਸਟਰੀਅਲਿਸਟ ਨੂੰ ਅਸੀਂ ਕਹਿੰਦੇ ਹਾਂ ਕਿ ਮਾਨ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਸੀ ਇਨਵੈਸਟ ਪੰਜਾਬ ਚ ਵੀ ਤੇ ਉਹਨਾਂ ਦੀ ਸਟੇਟ 'ਚ ਜਾ ਕੇ, ਦੇਸ਼ ਵਿਦੇਸ਼ 'ਚ ਜਾ ਕੇ, ਉਹ ਅੱਜ ਪੂਰਾ ਕਰ ਦਿੱਤਾ। ਔਰ ਅੱਜ ਦਾ ਤੁਹਾਨੂੰ ਲੱਗਦਾ ਹੈ ਕਿ ਕਾਇਆ ਕਲਪ ਹੋ ਜਾਏਗੀ ਇਸ ਦੇ ਨਾਲ ਇੰਡਸਟਰੀ ਦੀ, ਖਾਸ ਤੌਰ ਤੇ ਨਵੀਂ ਇੰਡਸਟਰੀ ਜੋ ਆਉਣਾ ਚਾਹੁੰਦੀ ਹੈ? ਬਿਲਕੁਲ ਗੌਰਵ ਜੀ, ਇਹਦੇ ਅੰਦਰ ਤਾਂ ਛੋਟੀ ਹੈ, ਮਾਨ ਸਾਹਿਬ ਨੇ ਬੜਾ ਕਲੀਅਰਲੀ ਮੈਂਸ਼ਨ ਕੀਤਾ ਔਰ ਦੇਖੋ ਹੁਣ ਪੰਜਾਬ ਦੇ ਅੰਦਰ ਇਨਵੈਸਟਮੈਂਟ ਕਿਵੇਂ ਆਉਂਦੀ ਹੈ। ਚਲੋ ਆਪਾਂ ਬਾਕੀਆਂ ਦਾ ਰੁਕ ਕਰਦੇ ਹਾਂ। ਬਹੁਤ ਸਾਰੇ ਸਵਾਲ ਨੇ, ਇਨਫੈਕਟ 10 ਦਿਨ ਵਾਲਾ ਵੀ ਸਵਾਲ ਸਭ ਦੇ ਜ਼ਿਹਨ ਦੇ ਵਿੱਚ ਹੋਏਗਾ, ਤੁਹਾਡੇ ਜਿਹੜੇ ਵਿਰੋਧੀ ਨੇ ਉਹ ਵੀ ਪੁੱਛਣਗੇ, ਮੈਂ ਵੀ ਕੋਸ਼ਿਸ਼ ਕਰਾਂਗਾ ਪੁੱਛਾਂ। ਮੈਂ ਰੁਕ ਕਰਦਾ ਸਾਡੇ ਨਾਲ ਜਿਹੜੇ ਬਾਕੀ ਮਹਿਮਾਨ ਜੁੜੇ ਹੋਏ ਨੇ। ਸੁਖਦੇਵ ਜੀ ਸਾਡੇ ਨਾਲ ਕਾਂਗਰਸ ਤੋਂ ਜੁੜੇ ਹੋਏ ਨੇ। ਸੁਖਦੇਵ ਜੀ, ਮੈਂ ਪਹਿਲੀ ਕਿਸੇ ਨੇ ਸੋਚਿਆ ਨਹੀਂ ਸੀ, ਕੀਤਾ ਨਹੀਂ ਸੀ, ਅਸੀਂ ਕਰਨ ਜਾ ਰਹੇ ਹਾਂ। ਦੇਸ਼ ਦੇ ਵਿੱਚ ਪਹਿਲਾ ਸੂਬਾ ਪੰਜਾਬ ਬਣਨ ਜਾ ਰਿਹਾ ਹੈ ਜੋ ਹਰੇ ਰੰਗ ਦੇ ਸਟੈਂਪ ਪੇਪਰ ਦੇਗਾ। ਜਿਹੜੇ ਸਨਅਤਕਾਰ ਇੰਡਸਟਰੀ ਲਗਾਉਣਾ ਚਾਹੁੰਦੇ ਨੇ, ਖੱਜਲ ਖੁਆਰੀ ਘੱਟ ਹੋਵੇ। ਮਤਲਬ ਜੋ ਸਾਬਕਾ ਸਰਕਾਰਾਂ ਨੇ, ਪੰਜਾਬ ਦੇ ਵਿੱਚ ਸਾਬਕਾ ਸਰਕਾਰਾਂ ਨੇ ਨਹੀਂ ਸੋਚਿਆ, ਤੁਹਾਡੀ ਸਰਕਾਰ ਸੀ, ਤੁਸੀਂ ਨਹੀਂ ਸੋਚਿਆ, ਉਹ ਆਮ ਆਦਮੀ ਪਾਰਟੀ ਇੰਪਲੀਮੈਂਟ ਕਰਨ ਜਾ ਰਹੀ ਹੈ। ਇਹ ਦਾਅਵਾ ਕਰ ਰਹੇ ਨੇ। ਦੇਖੋ ਗੌਰਵ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਕੋਈ ਵੀ ਕੋਈ ਨਵਾਂ ਕਦਮ ਚੱਕਦਾ ਹੈ ਜਿਹਦੇ ਨਾਲ ਕਿ ਇੰਡਸਟਰੀ ਆਵੇ, ਜਿਹਦੇ ਨਾਲ ਕੋਈ ਡਿਵੈਲਪਮੈਂਟ ਹੋਵੇ, ਜਿਹਦੇ ਨਾਲ ਕਿ ਸਾਡੇ ਇੱਥੇ ਸੂਬੇ ਦੀ ਬਿਹਤਰੀ ਹੋਵੇ, ਅਸੀਂ ਉਹਨੂੰ ਵੈਲਕਮ ਕਰਦੇ ਆ। ਅਸੀਂ ਪਹਿਲੇ ਵਾਂਗੂ ਨਹੀਂ ਜਿਵੇਂ ਵਿਰੋਧ 'ਚ ਬੈਠ ਕੇ ਹਰ ਗੱਲ ਦਾ ਵਿਰੋਧ ਹੀ ਕਰਨਾ ਹੈ, ਅਸੀਂ ਉਹਨੂੰ ਵੈਲਕਮ ਕਰਦੇ ਆ। ਉਹ ਹੋਣਾ ਚਾਹੀਦਾ ਕਿਉਂਕਿ ਜੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਆਊਗੀ, ਪੰਜਾਬ ਦੀ ਬਿਹਤਰੀ ਲਈ ਆਊਗੀ, ਕੋਈ ਆ ਕੇ ਸਿਸਟਮ ਨੂੰ ਬਿਹਤਰ ਕਰਦਾ ਤਾਂ ਮੇਰੇ ਖਿਆਲ ਦੇ ਵਿੱਚ ਉਹ ਚੰਗੀ ਗੱਲ ਹੈ। ਪਰ ਮੈਂ ਇੱਕ ਗੱਲ ਮੈਂ ਜ਼ਰੂਰ ਕਹੂੰਗਾ, ਜਿਵੇਂ ਹੁਣ ਸਨੀ ਆਲੂਵਾਲੀਆ ਸਾਹਿਬ ਨੇ ਕਿਹਾ ਨਾ ਵੀ CM ਸਾਹਿਬ ਨੇ ਕਿਹਾ ਇਨਵੈਸਟਮੈਂਟ ਪਹਿਲਾਂ ਵੀ PVIP ਬਣਿਆ ਪਿਆ, ਜਿਹਨੂੰ ਕਿ ਅਸੀਂ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਉਹ ਆਪਾਂ ਡਿਪਾਰਟਮੈਂਟ ਕਹਿੰਦੇ ਆ। ਉਹਦੇ ਵਿੱਚ ਵੀ ਇੱਕ IAS ਅਫਸਰ, ਨੋਡਲ ਅਫਸਰ ਲਾਇਆ ਪਿਆ, ਉਹੀ ਸਾਰੀਆਂ ਆਪਣੀਆਂ ਕਰਾ ਕੇ ਦਿੰਦਾ ਹੈਗਾ ਪਰਮਿਸ਼ਨਸ। ਉਹ ਕੋਈ ਕਿਸੇ ਕੋਲ ਦਫ਼ਤਰ 'ਚ ਗੇੜੇ ਨਹੀਂ ਮਾਰਨੇ ਪੈਂਦੇ। ਇਹ ਅਸੀਂ ਕੰਪਰੈਸ਼ਨ ਦੇਈਏ ਨਾ, ਇਹ ਵੀ ਇੱਕ ਮਾੜੀ ਗੱਲ ਹੈ। ਉਹ ਪਹਿਲਾਂ ਵੀ ਉਹ ਹੁੰਦਾ, ਹਾਂ ਠੀਕ ਹੈ, ਉਸ ਤੋਂ ਹੋ ਸਕਦਾ ਉਦੋਂ ਬਿਹਤਰ ਕਰ ਦੇਣ, ਉਹ ਗੱਲ ਵੱਖਰੀ ਹੈ।
ਪਰ ਪੀਵੀਆਈਪੀ ਦੇ ਵਿੱਚ ਸੈਕਟਰ 70 'ਚ ਉਹਨਾਂ ਦਾ ਦਫ਼ਤਰ ਹੈ, ਇੱਕ ਸੀਨੀਅਰ ਆਈਏਐਸ ਅਫਸਰ ਉਹਨੂੰ ਆਲਰੇਡੀ ਮੋਨੀਟਰ ਕਰਦਾ ਤੇ ਉਹ ਸਾਰੀਆਂ ਪਰਮਿਸ਼ਨਾਂ ਉਹ ਕਰਾ ਕੇ ਦਿੰਦਾ, ਕਿਸੇ ਨੂੰ ਕਿਸੇ ਦਫ਼ਤਰ 'ਚ ਗੇੜਾ ਨਹੀਂ ਮਾਰਦਾ। ਤੁਸੀਂ ਕਹਿੰਦੇ ਹੋ ਸਿੰਗਲ ਵਿੰਡੋ ਸਿਸਟਮ ਆਲਰੇਡੀ ਹੈ? ਬਿਲਕੁਲ ਹੈਗਾ, ਠੀਕ ਹੈ, ਉਹਨੂੰ ਇੰਪਰੂਵ ਕਰਨਾ ਚਾਹੁੰਦੇ। ਅਗਲੀ ਗੱਲ, ਮੈਂ ਇਹਨਾਂ ਵਾਂਗੂ ਕ੍ਰਿਟੀਸਾਈਜ਼ ਨਹੀਂ ਕਰਦਾ। ਮੈਂ ਅੱਜ ਇੱਕ ਗੱਲ ਸੀਨੀਵਾਲੀਆ ਸਾਹਿਬ ਨੂੰ ਜ਼ਰੂਰ, ਆਲੂਵਾਲੀਆ ਸਾਹਿਬ ਨੂੰ ਜ਼ਰੂਰ ਪੁੱਛੂੰਗਾ, ਜਦੋਂ ਬਿਜਲੀ ਦੇ ਰੇਟ ਘਟਾਏ ਸੀ ਨਾ ਤਾਂ ਇਹ ਕਹਿੰਦੇ ਸੀ ਵੀ ਨਹੀਂ, ਮੈਂ ਇਹਨਾਂ ਦਾ ਨਾ ਇੱਕ ਇਹਨਾਂ ਦੇ ਬੁਲਾ ਰਿਹਾ, ਮੈਂ ਨਾਮ ਵੀ ਲੈ ਦੇਣਾ, ਮਿੱਤਲ ਸਾਹਿਬ ਆਉਂਦੇ ਸੀ, ਬੇਲਾ ਜੀ ਮੇਰੇ ਕੋਲੇ, ਮੇਰਾ ਇੱਕ ਦੋਸਤ ਹੈ ਇੰਡਸਟਰੀਅਲਿਸਟ, ਸਾਡੇ ਵੀ ਮਿੱਤਰ ਨੇ, ਕਿਸੇ ਦਾ ਬਿੱਲ ਹੁਣ ਵੀ ਵੱਧ ਆਇਆ ਹੋ, ਪਰ ਇਹਨਾਂ ਦੇ ਆਉਣ ਤੋਂ ਬਾਅਦ 2 ARR ਜਿਹੜੀਆਂ ਐਨੂਅਲ ਰੈਵਨਿਊ ਰਿਪੋਰਟ ਹੁੰਦੀਆਂ ਬਿਜਲੀ ਬੋਰਡ ਦੀਆਂ, ਉਹ ਜਾ ਚੁੱਕੀਆਂ ਨੇ। ਹੁਣ ਇਹ ਕਲੇਮ ਵੀ ਕਰਦੇ ਨੇ, ਹਾਂ ਅਸੀਂ 2200 ਦੀ ਸਬਸਿਡੀ ਇੰਡਸਟਰੀ ਨੂੰ ਦਿੰਦੇ ਆ। ਉਹ ਕਹਿੰਦੇ ਨਹੀਂ ਜੀ, ਇਹ ਤਾਂ ਦਿੰਦੇ ਹੀ ਨਹੀਂ, ਇਹ ਤਾਂ ਦਿੰਦੇ ਹੀ ਨਹੀਂ, ਝੂਠ ਬੋਲਦੇ ਆ। ਇਸ ਕਰਕੇ ਜੇ ਕੋਈ ਕੰਮ ਕਰਦਾ ਅਸੀਂ ਤਾਂ ਉਹਨੂੰ ਪ੍ਰੇਜ਼ ਵੀ ਕਰਦੇ ਆ, ਪਰ ਜਿਹੜੀ ਗੱਲ ਮੇਰਾ ਇਹਦੇ ਵਿੱਚ ਜ਼ਰੂਰ ਇਹ ਸਵਾਲ ਹੈ ਵੀ ਕੀ ਉਹ ਪੀਵੀਆਈਪੀ ਹੁਣ ਖਤਮ ਹੋ ਜਾਊਗਾ? ਵੀ ਹੁਣ ਤਾਂ ਆਪਾਂ ਜਾਵਾਂਗੇ ਸਟਾਂਪ ਫਰੋਸ਼ ਕੋਲੇ, ਠੀਕ ਹੈ, ਚਲੋ ਆਪਾਂ ਜਵਾਬ ਲੈ ਲੈਣੇ ਪੇਪਰ। ਨਹੀਂ ਮੈਨੂੰ ਇਹ ਪੂਰਾ ਕਰ ਲੈਣ ਦੋ ਗੱਲ। ਸਟਾਂਪ ਫਰੋਸ਼ ਕੋਲੇ ਘੱਟ ਪੁਆਇੰਟ ਰੱਖੋ ਤਾਂ ਕਿ ਮੈਂ ਜਵਾਬ ਲੈ ਸਕਾਂ, ਨਹੀਂ ਤਾਂ ਫਿਰ ਮਿਸ ਨਾ ਹੋ ਜਾਏ, ਮੈਂ ਇਸ ਕਰਕੇ ਕਹਿ ਰਿਹਾ। ਚਲੋ ਕਰ ਲਓ ਕੰਪਲੀਟ ਤੁਸੀਂ, ਕੋਈ ਦਿੱਕਤ ਨਹੀਂ। ਸਾਨੂੰ ਕਿਸੇ ਦਫ਼ਤਰ 'ਚ ਨਹੀਂ ਜਾਣਾ ਪਊਗਾ, ਉਹਦੇ ਨਾਲ ਸਾਡੀਆਂ ਸਾਰੀਆਂ ਪਰਮਿਸ਼ਨਾਂ ਹੀ ਹੋ ਗਈਆਂ। ਇਹ ਸਾਨੂੰ ਕਿਤੇ ਅਪਲਾਈ ਨਹੀਂ ਕਰਨਾ ਪਊਗਾ, ਹੋਰ ਨਹੀਂ ਕਰਨਾ ਪਊ, ਸਿਰਫ ਹਰੇ ਜਿਹੜਾ ਸਟਾਂਪ ਨਾਲ ਕੀ ਸਾਡੀਆਂ ਪਰਮਿਸ਼ਨਾਂ ਸਾਰੀਆਂ ਹੋ ਜਾਣਗੀਆਂ। ਠੀਕ ਹੈ, ਚਲੋ ਇੱਕ ਛੋਟਾ ਜਿਹਾ ਜਵਾਬ ਡਾਕਟਰ ਸਾਹਿਬ, ਮੈਂ ਬਾਕੀ ਮਹਿਮਾਨਾਂ ਦਾ ਫਿਰ ਰੁਕ ਕਰਾਂ। ਜੇ ਪਿਛਲੇ 5 ਸਾਲਾਂ 'ਚ ਇਹਨਾਂ ਦਾ ਦਫ਼ਤਰ ਕਹਿੰਦੇ ਬਣਿਆ ਹੋਇਆ ਸੀ ਤੇ ਕੰਮ ਕਿਉਂ ਨਹੀਂ ਕੀਤੇ ਉੱਥੇ? ਕਿਉਂ ਤੁਸੀਂ ਉਹਨਾਂ ਦੇ ਕੰਮ ਨਹੀਂ ਕੀਤੇ? ਮੈਂ ਤੁਹਾਨੂੰ ਐਗਜ਼ਾਮਪਲ ਦਿੱਤੇ ਹੈ, ਤੁਸੀਂ ਉਹ ਐਗਜ਼ਾਮਪਲ ਦਾ ਜਵਾਬ ਹੀ ਨਹੀਂ ਦਿੱਤਾ। ਤੁਹਾਡੇ ਟਾਈਮ ਦੀ ਗੱਲ ਕਰ ਰਿਹਾ ਮੈਂ, ਦੂਜੇ ਤੇ ਨਹੀਂ ਕਰ ਰਿਹਾ। ਤੁਹਾਨੂੰ ਮੈਂ 2 ਐਗਜ਼ਾਮਪਲ ਪੁੱਛੇ, ਉਹ ਬੰਦੇ ਨੂੰ ਤੁਸੀਂ ਪੁੱਛ ਸਕਦੇ ਹੋ। ਦੂਜੀ ਗੱਲ ਸੁਣੋ, ਤੁਸੀਂ ਬਾਰ-ਬਾਰ ਕਹਿੰਦੇ ਹੋ ਕਿ ਅਸੀਂ ਇਹ ਲਾਇਆ ਸੀ, ਉਹ ਲਾਇਆ ਤਾਂ ਤੁਸੀਂ ਸਾਰਾ ਕੁਝ ਸੀਗਾ, ਕੀਤਾ ਕੁਝ ਨਹੀਂ। ਪ੍ਰੋਬਲਮ ਤੇ ਹੈਗੀ, ਤੁਸੀਂ ਇਹ ਸਟੈਂਪ ਪੇਪਰ ਪੂਰੇ ਦੇਸ਼ ਕਹਿ ਰਹੇ ਨੇ ਕਿ ਸਿੰਗਲ ਵਿੰਡੋ ਸਿਸਟਮ ਵਾਲਾ ਆਲਰੇਡੀ ਹੈ, ਕਿਉਂਕਿ ਸਿੰਗਲ ਵਿੰਡੋ ਸਿਸਟਮ ਆਪਾਂ ਪਤਾ ਨਹੀਂ ਕਿੰਨੇ ਟਾਈਮ ਤੋਂ ਸੁਣਦੇ ਆ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਕਾਂਗਰਸ ਦੇ ਟਾਈਮ ਤੋਂ ਪਹਿਲਾਂ ਵੀ ਆਪਾਂ ਸਿੰਗਲ ਵਿੰਡੋ ਸਿਸਟਮ ਦਾ ਪਹਿਲਾਂ ਜ਼ਿਕਰ ਕਰਦੇ ਰਹੇ ਕਿ ਸਿੰਗਲ ਵਿੰਡੋ ਸਿਸਟਮ ਹੈਗਾ, ਸਿੰਗਲ ਵਿੰਡੋ ਸਿਸਟਮ ਮੈਂ ਹੁਣ ਇਹਨਾਂ ਦਾ ਜਵਾਬ ਦੇਵਾਂ ਜੀ, ਮੈਂ ਆ ਰਿਹਾ ਸੁਖਦੇਵ ਜੀ ਤੁਹਾਡੇ ਕੋਲ ਆਵਾਂਗਾ, ਬੇਫਿਕਰ ਹੋ। ਜੇ ਸਿੰਗਲ ਵਿੰਡੋ ਸਿਸਟਮ ਕਹਿੰਦੇ, ਇਹਨਾਂ ਨੂੰ ਪੁੱਛੋ ਵੀ ਪਿਛਲੇ 5 ਸਾਲਾਂ 'ਚ ਕਿੰਨੀ ਇਨਵੈਸਟਮੈਂਟ ਆਈ, ਕਿੰਨੀ ਇੰਡਸਟਰੀ ਆਈਆਂ। ਚਲੋ ਜਵਾਬ ਲੈ, ਮੈਂ ਜਵਾਬ ਲੈ ਲਿਆ। ਸੁਖਦੇਵ ਜੀ ਦੇਖੋ, 2 ਐਗਜ਼ਾਮਪਲ ਉਹਨਾਂ ਨੇ ਦੇ ਦਿੱਤੀਆਂ ਸੀ। ਇੱਕ ਕੋਈ ਖੰਨਾ ਤੋਂ ਇੰਡਸਟਰੀ ਲਗਾਉਣਾ ਚਾਹੁੰਦੇ ਸੀ ਮੋਹਾਲੀ ਦੇ ਵਿੱਚ, ਖੰਨੇ ਦੇ ਰਹਿਣ ਵਾਲੇ ਨੇ, ਉਹ ਕਹਿੰਦੇ ਕਿ ਨਹੀਂ ਪੋਸੀਬਲ ਹੋਇਆ 3 ਸਾਲ ਦੇ ਵਿੱਚ। ਇਨਫੈਕਟ ਮੋਹਾਲੀ ਦੇ ਇੱਕ ਇੰਡਸਟਰੀਅਲਿਸਟ ਦਾ ਨਾਮ ਉਹਨਾਂ ਨੇ ਲੈ ਦਿੱਤਾ ਕਿ ਉਹਨਾਂ ਦੀ ਵੀ ਗੱਲ ਸਿਰੇ ਨਹੀਂ ਚੜੀ ਕਿ ਜੇ ਸਿੰਗਲ ਵਿੰਡੋ ਸੀ ਤਾਂ ਫਿਰ ਕਿਉਂ ਘੁੰਮਦੇ ਰਹੇ। ਮੈਂ ਨਾ ਅੱਜ ਨਾਮ ਲੈ ਦਿੱਤਾ, ਹੁਣ ਨਾਮ ਲੈਣ ਲੱਗਿਆ। ਇੱਥੇ ਮਿਸਟਰ ਓਸਵਾਲ ਨੇ, ਔਰ ਉਹ ਬਹੁਤ ਵੱਡਾ ਪੰਜਾਬ ਦੀ ਉਹ ਹੈ, ਉਹ ਵਾਈਸ ਚੇਅਰਮੈਨ ਵੀ ਮੇਰੇ ਖਿਆਲ ਲਾਏ ਹੋਏ ਨੇ ਉਹਦੇ ਆਪਣੇ ਇਹਨਾਂ ਨੇ ਉਸ ਚ ਆਪਣੇ ਕੈਬਨਿਟ ਰੈਂਕ ਚ। ਉਹ ਆਪਦੀ ਇੰਡਸਟਰੀ ਕਹਿ ਕੇ ਲੈ ਕੇ ਚੱਲਿਆ ਬਾਹਰ, ਔਰ ਉਹਨਾਂ ਨੇ ਬਾਹਰ ਇਨਵੈਸਟਮੈਂਟ ਕੀਤੀ ਹੈ। ਇਹ ਮੈਂ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਕਹਿਣਾ, ਇੱਕ ਗੱਲ। ਦੂਜੀ ਗੱਲ ਜਿਹੜੀ ਮੈਂ ਇੱਕ ਗੱਲ ਇਹਨਾਂ ਨੂੰ ਪੁੱਛਦਾ, ਜੇ ਇਹ ਕਹਿੰਦੇ ਨਾ, ਮੈਂ ਇੱਕ ਗੱਲ ਕਰਦਾ ਵੀ 90,000 ਕਰੋੜ ਦੀ ਇਨਵੈਸਟਮੈਂਟ ਪਿਛਲੇ 5 ਸਾਲ ਦੀ ਕਾਂਗਰਸ ਗਵਰਨਮੈਂਟ ਦੀ ਹੈ, ਇਹ ਆਪਦੇ ਕਾਗਜ਼ ਕੱਢ ਲੈਣ। ਜੇ ਘੱਟ ਹੋਵੇ ਤਾਂ ਮੈਂ ਕਹਿ ਦੇਣਾ। ਅਗਲੀ ਗੱਲ ਹੁਣ ਮੇਰੀ ਨਾਮ ਲਓ ਨਾ, ਤੁਸੀਂ ਕੰਪਨੀਆਂ ਦੇ ਨਾਮ ਲਓ ਜਿਹੜੀ ਤੁਸੀਂ ਇਨਵੈਸਟਮੈਂਟ ਕਰੀਏ, ਨਾਮ ਲਓ ਕੰਪਨੀਆਂ ਦੇ, ਕਿੱਥੇ ਇੰਡਸਟਰੀ ਲੱਗੀ ਹੈ ਦੱਸੋ। ਉਹ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਤਾਂ ਇੱਕ ਕਰਕੇ ਲੋਕਾਂ ਨੂੰ ਪਤਾ ਲੱਗੇ। ਬੋਲਿਆ ਨਹੀਂ, ਠੀਕ ਹੈ ਸੁਖਦੇਵ ਜੀ, ਕੰਪਲੀਟ ਕਰ ਲਓ। ਜੈਬੰਸ ਜੀ ਔਰ ਪੀਰ ਮੁਹੰਮਦ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਬੁਲਾਇਆ ਕਰੋ, ਬਾਕੀਆਂ ਨੂੰ ਬੁਲਾਇਆ ਕਰੋ। ਨਹੀਂ ਚਲੋ ਆਪਾਂ ਸਾਰੇ ਨੇ ਗੱਲਬਾਤ ਕਰਨੀ ਹੈ, ਗੱਲਬਾਤ ਕਈ ਵਾਰ ਤਲਖੀ ਵੀ ਹੋ ਜਾਂਦੀ ਹੈ, ਗੁੱਸਾ ਨਾ ਕਰੋ। ਤੁਸੀਂ ਕਲੀਅਰ ਕਰ ਦਿਓ ਕਿ 90,000 ਕਰੋੜ ਦੇ ਵਿੱਚ ਕਿਹੜੀ ਇੰਡਸਟਰੀ ਆ। ਇਹਨਾਂ ਨੇ 1 ਸਾਲ 'ਚ ਜਿਹੜਾ ਕਹਿੰਦੇ ਆ ਨਾ ਵੀ ਉਹ, ਮੈਂ ਇੱਕ ਗੱਲ ਦਾ ਜਵਾਬ ਦੇ ਦੇਣ। ਇੱਕ ਰਾਜਨਦੀਪ ਸਿੰਘ ਆ ਬਠਿੰਡੇ ਤੋਂ, ਉਹਨੇ 540 937 ਨੰਬਰ ਨਾਲ 223 'ਚ ਜਵਾਬ ਦਿੱਤਾ ਇਹਨਾਂ ਦੇ ਡਿਪਾਰਟਮੈਂਟ ਨੇ ਵੀ ਜਿਹੜੀ ਉਹਨੇ ਪੁੱਛਿਆ ਸੀ ਵੀ 1 ਸਾਲ ਦੇ ਵਿੱਚ ਕਿੰਨੀ ਇਨਵੈਸਟਮੈਂਟ ਆਈ ਹੈ, ਇਹ ਕਹਿੰਦੇ 0। ਇਹਦਾ ਤਾਂ ਜਵਾਬ ਹੈ ਇਸ ਪੱਤਰ ਨੰਬਰ ਨਾਲ। ਉਹਦਾ ਐਪਲੀਕੇਸ਼ਨ ਨੰਬਰ ਸੀਗਾ 537 739। ਜੇ ਮੈਂ ਕਿਤੇ ਗਲਤ ਹੋਵਾਂ ਤਾਂ ਮੈਂ ਇਸ ਗੱਲ ਦਾ ਦੇਣਦਾਰ ਹਾਂ। ਇਸ ਕਰਕੇ ਇੱਥੇ ਪਿਛਲੇ 5 ਸਾਲਾਂ 'ਚ ਕਿਹੜੀ ਇੰਡਸਟਰੀ ਆਈ ਹੈ ਉਹਦਾ ਜਵਾਬ ਹੀ ਨਹੀਂ ਦੇ ਰਹੇ। 5 ਸਾਲਾਂ 90,000 ਕਰੋੜ ਦੀ ਆ ਗਈ। ਨਹੀਂ, ਕਿਹੜੀ ਇੰਡਸਟਰੀ? ਨਾਮ 90,000 ਕਰੋੜ ਦੀ ਨਾਮ ਦੱਸੋ। ਸੁਖਦੇਵ ਜੀ 90,000 ਕਰੋੜ ਦੀ ਕਿਹੜੀ ਇੰਡਸਟਰੀ ਆ? ਨਹੀਂ ਦੱਸਦੇ ਤੁਸੀਂ, ਨਾਮ ਦੱਸੋ। ਨਾਮ ਹੀ ਨਹੀਂ ਦੱਸਦੇ। ਪੁੱਛੇ ਨਹੀਂ ਕਰਕੇ ਸਰ, ਇੱਕ ਇੱਕ ਨਾਮ ਦੱਸੋ, ਇੱਕ ਇੱਕ ਕਰਕੇ। ਗੌਰਵ ਜੀ ਨਾਮ ਦੱਸੋ। ਮੈਂ ਉਹੀ ਪੁੱਛਣ ਦੀ ਕੋਸ਼ਿਸ਼ ਕਰ ਰਿਹਾ। ਅਗਲੀ ਡਿਬੇਟ ਕਰੀ ਨਾਮ ਵੀ ਦੇਵਾਂਗਾ, ਕੱਲੀ ਇੰਡਸਟਰੀ ਦਾ ਨਾਮ ਦੇਵਾਂਗਾ। ਚਲੋ ਠੀਕ ਹੈ, ਥੋੜਾ ਜਿਹਾ ਹੋਲਡ ਕਰੋ ਹੁਣ ਪਲੀਜ਼। ਆਪਾਂ ਸਾਰਿਆਂ ਦਾ ਰੁਕ ਕਰੀਏ ਇੱਕ ਵਾਰੀ। ਜੈਬੰਸ ਜੀ ਦਾ ਰੁਕ ਕਰਦਾ ਹੈ, ਉਸ ਤੋਂ ਬਾਅਦ ਪੀਰ ਮੁਹੰਮਦ ਜੀ ਕੋਲ ਜਾਵਾਂਗਾ। ਜੈਬੰਸ ਜੀ, ਫਾਰਮੂਲਾ ਦੇਸ਼ ਦੇ ਵਿੱਚ ਕਿਤੇ ਲਾਗੂ ਨਹੀਂ ਹੋਇਆ, ਸਰਕਾਰ ਦਾਅਵਾ ਕਰ ਰਹੀ ਹੈ ਕਹਿੰਦੇ ਅਸੀਂ ਕਰ ਦਿੱਤਾ, ਦਮਦਾਰ ਨਜ਼ਰ ਆ ਰਿਹਾ ਬੀਜੇਪੀ ਨੂੰ?
ਹਾਂਜੀ, ਥੈਂਕ ਯੂ ਗੌਰਵ ਜੀ। ਦੇਖੋ, ਪਹਿਲੀ ਗੱਲ ਤੇ ਮੈਂ ਮੰਨਣਾ ਆਪਣੇ ਸੁਖਦੇਵ ਜੀ ਦੇ ਵਾਂਗੂ ਕਿ ਅਗਰ ਕੋਈ ਨਵਾਂ ਕੁਝ ਕੋਸ਼ਿਸ਼ ਕੀਤੀ ਹੈ ਤੇ ਬਾਅਦ ਚ ਹੀ ਪਤਾ ਲੱਗੇਗਾ ਕਿ ਉਹ ਸਕਸੈਸਫੁਲ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਠੀਕ ਹੈ। ਤੇ ਅੱਜ ਤੇ ਅਸੀਂ ਐਵੇਂ ਹੀ ਕਰ ਰਹੇ ਹਾਂ, ਪਰ ਮੈਨੂੰ ਐਕਚੁਅਲੀ ਪੂਰੀ ਤਰ੍ਹਾਂ ਸਮਝ ਨਹੀਂ ਆਇਆ, ਕਿਉਂਕਿ ਸਾਰੀ ਜਿਹੜੀ ਲੈਂਡ ਦੀ ਪੂਰੀ ਜਿਹੜੀ ਸੈਂਕਸ਼ਨਸ ਨੇ ਉਹ ਤੇ ਪਹਿਲੇ ਹੀ ਹੋ ਜਾਣੀਆਂ ਨੇ, ਤੇ ਉਹਦੇ ਬਾਅਦ ਇਹਨਾਂ ਨੂੰ ਇੱਕ ਹਰਾ ਕਾਗਜ਼ ਦੇ ਕੇ ਤੇ ਉਹਦਾ ਫਾਇਦਾ ਕੀ ਹੋਏਗਾ। ਪ੍ਰੋਬਲਮ ਤੇ ਉਦੋਂ ਪੈਂਦੀ ਹੈ ਜਦੋਂ ਤੁਸੀਂ ਸੈਂਕਸ਼ਨਸ ਲੈਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਤੇ ਉਹ ਹਰਾ ਕਾਗਜ਼ ਦੇਖ ਕੇ ਮੈਨੂੰ ਲੱਗਦਾ ਹੈ ਪੂਰਾ ਆਪਟਿਕਸ ਹੈ। ਤੇ ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਇੱਥੇ ਹੁਣ ਬੜਾ ਇਹਨਾਂ ਦੋਵਾਂ ਨੇ ਇਹਨਾਂ ਦੀ ਬਹਿਸ ਹੋ ਗਈ। ਚਲੋ, ਕਾਂਗਰਸ ਦੇ ਟਾਈਮ ਕੁਝ ਆਇਆ ਕਿ ਨਹੀਂ ਆਇਆ ਉਹਨੂੰ ਤੇ ਛੱਡੋ, ਪਰ 1 ਸਾਲ 3-4 ਮਹੀਨੇ ਹੋ ਗਏ ਨੇ, ਹਜੇ ਤੱਕ ਆਮ ਆਦਮੀ ਪਾਰਟੀ ਦਾ ਕੁਝ ਨਹੀਂ ਆਇਆ। ਤੇ ਇਹਦਾ ਛਾਲਾ ਮਾਰ ਕੇ ਕਹਿਣਾ ਕਿ ਅਸੀਂ ਬੜੇ ਤਗੜੇ ਹਾਂ, ਉਦੋਂ ਹੀ ਕਹਿਣ ਜਦੋਂ ਕੁਝ ਇੱਥੇ ਆ ਜਾਏਗਾ। ਠੀਕ ਹੈ, ਇਹ ਦੂਸਰਾ ਪੁਆਇੰਟ ਹੈ। ਤੀਸਰਾ ਪੁਆਇੰਟ ਮੈਂ ਇਹ ਕਹਿ ਰਿਹਾ ਕਿ ਅੱਗਾ ਦੌੜ ਤੇ ਪਿੱਛਾ ਚੌੜ, ਕਦੀ ਛੋਟੇ ਹੁੰਦੇ ਸੁਣਦੇ ਸੀਗੇ ਅਸੀਂ ਐਸੇ ਮੁਹਾਵਰੇ। ਤੁਹਾਡੇ ਜਿਹੜੇ ਇੱਥੇ MSME ਲੁਧਿਆਣੇ ਨੂੰ ਮੈਨਚੈਸਟਰ ਆਫ ਇੰਡੀਆ ਬੁਲਾਇਆ ਜਾਂਦਾ ਸੀਗਾ, ਇਹਦੇ ਵਿੱਚ ਕਾਂਗਰਸ ਵੀ ਇਨਵੋਲਡ ਹੈ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਸੀਂ ਵੀ ਇਨਵੋਲਡ ਹਾਂ। ਅਸੀਂ ਡਿਬੇਟ ਨੂੰ ਖੋਲੀਏ। ਲੁਧਿਆਣੇ ਨੂੰ ਮੈਨਚੈਸਟਰ ਬੁਲਾਇਆ ਜਾਂਦਾ ਸੀ, ਬਟਾਲਾ ਦੇ ਵਿੱਚ ਮਸ਼ੀਨ ਟੂਲ ਦੀਆਂ ਫੈਕਟਰੀਆਂ ਸੀਗੀਆਂ, ਬੰਦੀ ਗੋਬਿੰਦਗੜ੍ਹ ਦੇ ਵਿੱਚ ਫਰਨੇਸ ਸੀਗੀਆਂ, 300 ਫਰਨੇਸ ਤੋਂ 150 ਹੋ ਗਏ। ਤੁਸੀਂ ਆਪਣੇ ਜਿਹੜੇ ਇੱਥੇ ਤੁਹਾਡੇ ਤੇ ਵੀ ਆਰ ਦ ਬੈਸਟ ਐਂਟਰਪ੍ਰੀਨਰਸ ਆਫ ਦ ਵਰਲਡ, ਪੰਜਾਬੀ ਜਿਹੜੇ ਨੇ ਉਹ ਬੈਸਟ ਐਂਟਰਪ੍ਰੀਨਰਸ ਨੇ। ਤੁਸੀਂ ਆਪਣੇ ਐਂਟਰਪ੍ਰੀਨਰਸ ਨੂੰ ਕੁਝ ਦੇਣ ਵਾਸਤੇ ਤਿਆਰ ਨਹੀਂ, ਉਹਨਾਂ ਦਾ ਕੰਮ ਜਿਹੜਾ ਉਹ ਠੀਕ ਕਰਨ ਵਾਸਤੇ ਤੁਸੀਂ ਤਿਆਰ ਨਹੀਂ, ਉਹਨਾਂ ਦੀਆਂ ਜਿਹੜੀਆਂ ਬੰਦ ਫੈਕਟਰੀਜ਼ ਨੇ ਉਹਨਾਂ ਨੂੰ ਖੋਲਣ ਵਾਸਤੇ ਤਿਆਰ ਨਹੀਂ। ਨਵੀਂ ਜ਼ਮੀਨ ਦੀ ਕੀ ਜ਼ਰੂਰਤ ਹੈ, ਤੁਸੀਂ ਪਹਿਲੀਆਂ ਫੈਕਟਰੀਆਂ ਖੋਲ ਦਿਓ, ਜਾਂ ਜਿਹੜੀ ਪਹਿਲੀਆਂ ਫੈਕਟਰੀਆਂ ਹੈਗੀਆਂ ਨੇ ਅਗਰ ਉਹ ਨਹੀਂ ਚੱਲ ਰਹੀਆਂ ਨੇ ਬਿਕੋਜ਼ ਆਫ ਸਰਟਨ ਕੰਪੀਟੀਸ਼ਨ, ਤੇ ਉਹਨਾਂ ਨੂੰ ਕਹੋ ਕਿ ਆਪਣਾ ਟ੍ਰੇਡ ਚੇਂਜ ਕਰਨ। ਤੇ ਪਰ ਨੋਡਲ ਸੈਂਟਰ ਜਿਹੜਾ ਉਹਨੂੰ ਤੇ ਉੱਥੇ ਹੀ ਰੱਖੋ ਨਾ ਜੀ। ਉਹ ਤੇ ਅਸੀਂ ਕੀਤਾ ਨਹੀਂ। ਫਿਰ ਇੰਡਸਟਰੀ ਨੂੰ ਜੋ ਦੇਣਾ ਚਾਹੀਦਾ ਹੈ। ਸਭ ਤੋਂ ਵੱਡੀ ਪ੍ਰੋਬਲਮ ਇੰਡਸਟਰੀ ਦੀ ਹੈਗੀ ਹੈ ਬਿਜਲੀ ਦੀ। ਬਿਜਲੀ ਤੁਸੀਂ ਦੇ ਨਹੀਂ ਸਕਦੇ। ਲਾਅ ਐਂਡ ਆਰਡਰ ਤੁਹਾਡਾ ਬਿਲਕੁਲ ਡਾਊਨ ਹੈ। ਕਰਪਸ਼ਨ ਐਂਡ ਐਕਸਟੋਰਸ਼ਨ ਜ਼ਿਆਦਾ ਹੈ, ਉਹਦੇ ਕਾਰਨ ਲੋਕਾਂ ਦਾ ਉਹ ਸੈਂਟੀਮੈਂਟ ਨਹੀਂ ਬਣ ਰਿਹਾ ਇੱਥੇ ਕਰਨ ਵਾਸਤੇ। ਤੇ ਆਰਬਿਟਰਰੀ ਪਾਲਿਸੀਜ਼ ਨੇ, ਕਦੀ ਹਰੇ ਰੰਗ ਤੇ ਕਦੀ ਚਿੱਟਾ ਰੰਗ ਤੇ ਕਦੀ ਪੀਲਾ ਰੰਗ ਕਰਕੇ, ਤੇ ਤੁਸੀਂ ਪਹਿਲੀ ਵਾਰ ਕਰਕੇ there is no seriousness as far as the industrial policy of Punjab is concerned। ਤੇ ਉਸ ਸੀਰੀਅਸਨੈਸ ਨੂੰ ਲੈ ਕੇ ਆਉਣ ਵਾਸਤੇ ਤੁਹਾਨੂੰ ਬੇਸਿਕਸ ਦੇ ਵਿੱਚ ਤੇ ਗ੍ਰਾਸ ਰੂਟਸ ਦੇ ਵਿੱਚ ਜਾਣਾ ਪਏਗਾ। ਗ੍ਰਾਸ ਰੂਟਸ ਦੇ ਵੱਲ ਕੋਈ ਨਹੀਂ ਦੇਖ ਰਿਹਾ। ਜਿਹੜਾ ਇੱਥੇ ਏਡਾ ਹਾਲ ਬੁਰਾ ਹੋ ਗਿਆ ਹੈ, ਏਡਾ ਵੱਡਾ ਅੱਛਾ ਇੱਥੇ ਡਰਾਈ ਪੋਰਟ ਸੀਗਾ, ਡਰਾਈ ਪੋਰਟ ਵੀ ਬੰਦ ਹੋ ਗਿਆ ਆਲਮੋਸਟ। ਕਿਉਂਕਿ ਕੁਝ ਪ੍ਰੋਡਿਊਸ ਹੀ ਨਹੀਂ ਹੁੰਦਾ। ਅਸੀਂ ਇਸ ਵੇਲੇ ਨਾ ਗੌਰਵ ਜੀ, ਵੀ ਆਰ ਗੋਇੰਗ ਇਨਟੂ ਦ ਫੋਰਥ ਫੇਜ਼ ਆਫ ਇੰਡਸਟਰੀਲਾਈਜੇਸ਼ਨ। ਇਹ ਨੌਲੇਜ ਬੇਸਡ ਇੰਡਸਟਰੀ ਹੈ, ਡਿਜੀਟਲ ਟੈਕਨੋਲੋਜੀ ਬੇਸਡ ਇੰਡਸਟਰੀ ਹੈ। ਇਹਦੇ ਵਾਸਤੇ ਸਾਡੇ ਬੱਚਿਆਂ ਨੂੰ ਤਿਆਰ ਹੋਣਾ ਚਾਹੀਦਾ ਹੈ। ਕਿੱਥੇ ਉਹਨਾਂ ਨੂੰ ਤੁਸੀਂ ਤਿਆਰ ਕਰ ਰਹੇ ਹੋ ਨੌਲੇਜ ਐਂਡ ਟੈਕਨੋਲੋਜੀਕਲ ਬੇਸਡ ਇੰਡਸਟਰੀ ਦੇ ਵਾਸਤੇ? ਅਸੀਂ ਸਿਰਫ 3 ਕਰੋੜ ਬੰਦੇ ਹੈਗੇ ਆ। ਸਾਡੇ 2 ਅੱਛੀਆਂ ਇੰਡਸਟਰੀਜ਼ ਆ ਜਾਣ ਨਾ, 2 ਅੱਛੀਆਂ ਨੌਲੇਜ ਬੇਸਡ ਇੰਡਸਟਰੀ ਆ ਜਾਏ, ਅਸੀਂ ਇੱਕ ਬਹੁਤ ਹੀ ਵਾਈਬ੍ਰੈਂਟ ਸਟੇਟ ਬਣ ਸਕਦੇ ਹਾਂ। ਤੁਸੀਂ ਡੈਨਮਾਰਕ ਨੂੰ ਦੇਖੋ, ਇੱਕੋ ਚੀਜ਼ ਹੈ ਉਹਨਾਂ ਦੇ ਕੋਲ, ਡੇਅਰੀ ਪ੍ਰੋਡਕਟਸ, ਉਹਦੇ ਨਾਲ ਹੀ ਉਹਨਾਂ ਨੇ ਪੂਰੀ ਦੁਨੀਆ ਨੂੰ ਡੋਮੀਨੇਟ ਕੀਤਾ ਹੋਇਆ। ਐਸੀ ਕੋਈ ਵਿਜ਼ਨਰੀ ਥਿੰਕਿੰਗ ਤੇ ਨਾ ਕਾਂਗਰਸ ਦੀ ਸੀਗੀ, ਸਾਡੀ ਵੀ ਨਹੀਂ ਸੀਗੀ। ਪੀਰ ਮੁਹੰਮਦ ਜੀ ਨਾਲ ਬੈਠੇ ਹੋਏ ਨੇ। ਵੈਸੇ ਅਸੀਂ ਤੇ ਇੰਡਸਟਰੀ 'ਚ ਡੀਲ ਨਹੀਂ ਸੀ ਕਰਦੇ, ਬੀਜੇਪੀ ਤੇ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਤੇ ਬਿਲਕੁਲ ਹੈ ਹੀ ਨਹੀਂ ਹੈ। ਮੇਰੇ ਹਿਸਾਬ ਦੇ ਨਾਲ ਇਹ ਆਪਟਿਕਸ ਦੇ ਨਾਲ ਕੁਝ ਨਹੀਂ ਬਣੇਗਾ। ਸਾਨੂੰ ਮਾਡਲਸ ਦੇਖਣੇ ਚਾਹੀਦੇ ਨੇ। ਇਹ ਜਿਹੜਾ ਹੁਣ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਗੁਜਰਾਤ ਦੇ ਵਿੱਚ 3 ਦਿਨਾਂ ਦੇ ਵਿੱਚ ਦੇ ਦਿੱਤੀ ਸੀਗੀ, ਕੀ ਕਹਿੰਦੇ ਨੇ, ਪਰਮਿਸ਼ਨ ਨੈਨੋ ਦੇ ਵਾਸਤੇ ਟਾਟਾ ਨੂੰ। ਦੇ ਸ਼ੁੱਡ ਫੋਲੋ ਦ ਮਾਡਲਸ, ਉਹ ਸਟੇਟਸ ਦੇ ਮਾਡਲ ਲੈਣ ਜਿਹੜੀ ਸਕਸੈਸਫੁਲੀ ਇੰਡਸਟਰੀਅਲਾਈਜ਼ਡ ਨੇ। ਗੁਜਰਾਤ ਹੈ, ਮੱਧ ਪ੍ਰਦੇਸ਼ ਹੈ, ਇਹਨਾਂ ਦੇ ਇਹ ਸਾਰੇ ਸਾਡੇ ਸਟੇਟਸ ਨੇ। ਇਸ ਵੇਲੇ ਯੂਪੀ ਹੋ ਰਿਹਾ ਹੈ, ਇਟ ਇਜ਼ ਬਿਕਮਿੰਗ ਰੈਪਿਡਲੀ ਇੰਡਸਟਰੀਅਲਾਈਜ਼ਡ। ਸੋ ਕੋਈ ਇੱਕ ਮਾਡਲ ਹੈ। ਤੁਹਾਨੂੰ ਲੱਗਦਾ ਕਿ ਇਹ ਜਿਹੜੀਆਂ ਵਿਜ਼ਨ ਹੋਣਾ ਚਾਹੀਦਾ ਜਿਸ ਤਰੀਕੇ ਦਾ, ਉਹ ਇਸ ਸਟੈਪਸ ਦੇ ਨਾਲ ਤੁਹਾਨੂੰ ਨਹੀਂ, ਵਿਜ਼ਨ ਨਹੀਂ ਦਿਖਦਾ ਕਿ ਉਹ ਉਸ ਵਿਜ਼ਨ ਵਾਲੇ ਪਾਸੇ ਆਪਾਂ ਨਹੀਂ ਜਾ ਰਹੇ, ਕਿ ਦੂਰ ਦ੍ਰਿਸ਼ਟੀ ਤੁਹਾਨੂੰ ਨਹੀਂ ਲੱਗ ਰਹੀ? ਉਹ ਇੱਕ ਛੋਟਾ ਜਿਹਾ ਸਟੈਪ ਹੈ, ਉਹਦੇ ਨਾਲ ਤੁਸੀਂ ਆਪਟਿਕਸ ਕਰਕੇ ਇੱਥੇ ਬੈਠੇ ਆ। ਮੈਂ ਤੁਹਾਨੂੰ ਸਾਰਾ ਕੁਝ ਗਿਣਾਤਾ ਹੈ। ਵਾਟ ਆਰ ਦੇ ਡੂਇੰਗ ਫॉर SME, ਵਾਟ ਆਰ ਦੇ ਡੂਇੰਗ ਫॉर ਆਪਾਂ ਜਵਾਬ ਲਵਾਂਗੇ ਸਰ। ਵਾਟ ਆਰ ਦੇ ਡੂਇੰਗ ਫॉर ਵੈਲਿਡ ਪੁਆਇੰਟ ਹੈ। ਤੁਸੀਂ ਜੋ ਬੰਦੇ ਰੋਂਦੇ ਪਏ ਨੇ, ਯਾਰ ਸਾਨੂੰ ਪੰਜਾਬੀਆਂ ਨੂੰ ਦੋ, ਤੁਸੀਂ ਬਾਹਰੋਂ ਬੁਲਾਉਣ ਦੀ ਕੋਸ਼ਿਸ਼ ਨਾ ਕਰੋ, ਪੰਜਾਬੀਆਂ ਨੂੰ ਦੋ। ਬਿਲਕੁਲ। ਡਾਕਟਰ ਸਾਹਿਬ ਥੋੜਾ ਜਿਹਾ ਵੇਟ ਕਰੋ, ਇਕੱਠੇ ਜਵਾਬ ਦਿਓ। ਇੱਕ ਵਾਰੀ ਪੀਰ ਮੁਹੰਮਦ ਜੀ ਦਾ ਮੈਂ ਰੁਕ ਕਰਨਾ। ਪੀਰ ਮੁਹੰਮਦ ਸਾਹਿਬ, ਇੰਡਸਟਰੀ ਪੰਜਾਬ ਦੇ ਵਿੱਚ ਆਵੇ, ਲੋਕਾਂ ਨੂੰ ਰੋਜ਼ਗਾਰ ਮਿਲੇ, ਆਪਾਂ ਸਾਰੇ ਚਾਹੁੰਦੇ ਹਾਂ। ਹਾਲਾਂਕਿ ਉਸ ਦੇ ਵਿੱਚ ਵੀ ਬੜੇ ਕਿੰਤੂ ਪਰੰਤੂ ਪਿਛਲੇ ਕੁਝ ਸਮੇਂ ਦੇ ਵਿੱਚ ਦੇਖਣ ਨੂੰ ਮਿਲੇ ਨੇ। ਇਹ ਸਟੈਪ ਕੀ ਬਾਕੀ ਅਕਾਲੀ ਦਲ ਨੂੰ ਲੱਗਦਾ ਹੈ ਕਿ ਕੋਈ ਕ੍ਰਾਂਤੀ ਵਾਲਾ ਸਟੈਪ ਸਾਬਿਤ ਹੋ ਸਕਦਾ ਹੈ ਜੇ ਗ੍ਰੀਨ ਕਲਰ ਦੇ ਸਟੈਂਪ ਪੇਪਰਸ ਮਿਲਦੇ ਨੇ?
ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਵਾਸੀਆਂ ਨੂੰ ਕੀ ਲੱਗਦਾ ਹੈ, ਉਹ ਇਹ ਲੱਗ ਰਿਹਾ ਹੈ ਕਿ ਇਸ ਵੇਲੇ ਸਾਡਾ ਵਪਾਰੀ ਵਰਗ ਜਿਹੜਾ ਇੰਡਸਟਰੀਲਿਸਟ ਹੈ ਉਹ ਆਪਣੀ ਜਾਨ ਮਾਲ ਦੀ ਸੁਰੱਖਿਆ ਚਾਹੁੰਦਾ, ਲੇਕਿਨ ਉਹਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ। ਇਹਨਾਂ ਨੇ ਤਾਂ ਹੁਣ ਹਰਾ ਸਟਾਂਪ ਪੇਪਰ ਦੀ ਗੱਲ ਕੀਤੀ ਹੈ, ਲੇਕਿਨ ਜਿਹੜਾ ਰੈੱਡ ਸਟਾਂਪ ਪੇਪਰ ਫਰੌਤੀਆਂ ਲੈਣ ਵਾਲਿਆਂ ਗੈਂਗਸਟਰਾਂ ਵੱਲੋਂ ਜਿਹੜੀਆਂ ਧਮਕੀਆਂ ਦੇ ਰੂਪ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਪਹਿਲਾਂ ਹੀ ਪਹੁੰਚਿਆ ਹੋਇਆ ਹੈ, ਉਸ ਦੇ ਬਾਰੇ ਕੀ ਇੱਛਾ ਸ਼ਕਤੀ ਕਿ ਇਹਨਾਂ ਨੇ ਉਹਨਾਂ ਵਪਾਰੀਆਂ ਨੂੰ ਜਿਹੜੇ ਲੁਧਿਆਣੇ ਤੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆ ਰਾਜ ਜੋਗੀ ਦੇ ਪਾਸ ਜਾ ਕੇ ਕਹਿੰਦੇ ਨੇ ਕਿ ਸਾਨੂੰ ਦਿੱਤਾ ਜਾਵੇ ਜੀ, ਅਸੀਂ ਇੰਡਸਟਰੀ ਆਪਣੀ ਸ਼ਿਫਟ ਕਰਨਾ ਚਾਹੁੰਦੇ ਆ,